ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਗਿੱਲ ਦੀ ਚੋਣ ਮੁਹਿੰਮ ਇਸ ਸਮੇਂ ਸਿਖਰਾਂ ਤੇ ਹੋ ਕੇ ਜੇਤੂ ਪੜਾਅ ਵੱਲ ਤੁਰ ਪਈ ਹੈ। ਗਿੱਲ ਦੀ ਜੇਤੂ ਮੁਹਿੰਮ ਨੂੰ ਅੱਜ ਉਸ ਵੇਲੇ ਹੋਰ ਮਜ਼ਬੂਤੀ ਮਿਲੀ ਜਦੋਂ ਮਾਛੀਵਾੜਾ ਦੀ ਅਨਾਜ ਮੰਡੀ ਵਿੱਚ ਆੜਤੀ ਦਲੀਪ ਮਲਹੋਤਰਾ ਸੋਨੂ ਮਲਹੋਤਰਾ ਵੱਲੋਂ ਭਾਰੀ ਇਕੱਠ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਰਾਜਾ ਗਿੱਲ ਨੇ ਕਿਹਾ ਕਿ ਜਿੱਥੇ ਲੋਕ ਆਪ ਮੁਹਾਰੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ, ਉੱਥੇ ਹੀ ਆਮ ਆਦਮੀ ਪਾਰਟੀ ਦਾ ਝਾੜੂ ਵੀ ਤਿਨਕਾ ਹੁੰਦਾ ਨਜ਼ਰ ਆ ਰਿਹਾ ਹੈ। ਗਿੱਲ ਨੇ ਕਿਹਾ ਕਿ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਉਹਨਾਂ ਦੀ ਵਿਰੋਧੀ ਪਾਰਟੀਆਂ ਕਿਹੜੀਆਂ ਹਨ ਤੇ ਕਿਸਾਨਾਂ ਦੀ ਹਿਮਾਇਤੀ ਪਾਰਟੀ ਕਿਹੜੀ ਹੈ। ਇਸ ਕਰਕੇ ਹਲਕੇ ਅੰਦਰ ਮੋਦੀ ਦੀਆਂ ABC ਟੀਮਾਂ ਨੂੰ ਪਛਾੜ ਕੇ ਕਾਂਗਰਸ ਹਲਕੇ ਸਮਰਾਲੇ ਅੰਦਰ ਵੱਡੇ ਫਰਕ ਨਾਲ ਜਿੱਤੇਗਾ। ਇਸ ਮੌਕੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸ਼ਕਤੀ ਆਨੰਦ ਨੇ ਵੀ ਸੰਬੋਧਨ ਕਰਦੇ ਹੋਏ ਲੋਕਾਂ ਨੂੰ ਆਉਣ ਵਾਲੀ 20 ਫਰਵਰੀ ਨੂੰ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਕਿਹਾ। ਇਸ ਮੌਕੇ ਉਹਨਾਂ ਨਾਲ ਸਾਬਕਾ ਮੰਤਰੀ ਈਸ਼ਰ ਸਿੰਘ ਮਿਹਰਵਾਨ, ਕਸਤੂਰੀ ਲਾਲ, ਪਰਮਿੰਦਰ ਤਿਵਾੜੀ, JP ਮੱਕੜ, ਸੁਭਾਸ਼ ਬਿਟਨ ਅਤੇ ਬਲਵਿੰਦਰ ਰਾਏ ਸੋਨੀ ਵੀ ਮੌਜੂਦ ਸਨ। ਸਾਰੀ ਮੰਡੀ ਦਾ ਜਿਨ੍ਹਾਂ ਨੇ ਬੜੇ ਸਮੇਂ ਦੇ ਨਾਲ ਅੱਜ ਇਹ ਪ੍ਰੋਗਰਾਮ ਰੱਖਿਆ ਤੇ ਅੱਜ ਸਾਰੇ ਆੜਤੀਏ ਭਰਾ ਇਸ 'ਚ ਸ਼ਾਮਿਲ ਹੋਏ ਆ। ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਮੈਂ ਖੁਦ ਆਪ ਆੜਤੀ ਹਾਂ। ਸਾਡੀ ਜਿਹਨੂੰ ਕਹਿੰਦੇ ਹੁੰਦੇ ਆ ਦਾਣਾ ਮੰਡੀ ਖੰਨੇ ਦੇ ਵਿੱਚ ਜਿਹੜਾ ਇਹ ਦੁਕਾਨ ਹੈਗੀ ਆ 7 ਨੰਬਰ, ਉਹ 1965 ਦੇ ਆੜਤੀ ਆ ਜੀ। ਤੁਸੀਂ ਦੇਖ ਲਓ, ਹੁਣ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਤੁਸੀਂ ਵੀ ਆੜਤੀਆਂ ਦੀ ਜਿਹੜੀ ਤਕਲੀਫ ਹੈ, ਮਜ਼ਦੂਰ ਭਰਾਵਾਂ ਦੀ ਜਿਹੜੀ ਤਕਲੀਫ ਹੈ, ਉਹ ਮੈਂ ਬੜੀ ਨੇੜਿਓਂ ਤੇ ਬੜੀ ਚੰਗੀ ਤਰ੍ਹਾਂ ਮੈਨੂੰ ਪਤਾ ਹੈ ਵੀ ਕੀ ਮੰਗਾਂ ਹੁੰਦੀਆਂ, ਕਦੋਂ ਹੁੰਦੀਆਂ, ਕਿਹੜੀਆਂ ਪੂਰੀਆਂ ਹੋ ਜਾਂਦੀਆਂ, ਕਿਹੜੀਆਂ ਰਹਿ ਜਾਂਦੀਆਂ, ਕਿਹੜੀ ਸਰਕਾਰ ਅਕਾਲੀ ਦਲ BJP ਦੀ ਸਰਕਾਰ ਦੇ ਵਿੱਚ ਆਪਾਂ ਕਿਹੜੀਆਂ ਤਕਲੀਫਾਂ ਚੋਂ ਨਿਕਲੇ ਆ। ਕਿਉਂਕਿ ਬਤੌਰ ਆੜਤੀਆਂ ਜਿਹੜੀ ਤਕਲੀਫ ਤੁਹਾਨੂੰ ਹੋਣੀ ਆ ਉਹ ਮੈਨੂੰ ਵੀ ਹੋਣੀ। ਮੈਨੂੰ ਆਪ ਨੂੰ ਦਾਣਾ ਮੰਡੀ ਖੰਨੇ ਦੇ ਵਿੱਚ ਤਕਰੀਬਨ 23 ਸਾਲ ਹੋ ਗਏ ਬੈਠਦੇ ਆੜਤੀ ਦੁਕਾਨ ਤੇ ਦਾਣਾ ਮੰਡੀ ਖੰਨੇ 'ਚ ਤੁਸੀਂ ਪੁੱਛ ਵੀ ਸਕਦੇ ਹੋ ਵੀ ਮੈਂ ਆਪਣੀ ਆੜਤੀ ਭਰਾਵਾਂ ਨਾਲ ਕਿਵੇਂ ਵਿਚਰਦਾ, ਕਿਵੇਂ ਉਹਨਾਂ ਨਾਲ ਖੜਦਾ ਇਸ ਗੱਲ ਬਾਰੇ। ਕਿਉਂਕਿ ਆੜਤ ਦਾ ਜਿਹੜਾ ਕੰਮ ਹੈਗਾ ਉਹ ਜ਼ਿਮੀਂਦਾਰ, ਮਜ਼ਦੂਰ, ਇਹਨਾਂ ਸਾਰਿਆਂ ਨਾਲ ਤਾਂ ਹੈਗਾ ਹੀ ਹੈਗਾ। ਇੱਕ ਮੰਡੀ ਤੋਂ ਦੂਜੀ ਮੰਡੀ ਦੇ ਆੜਤੀਆਂ ਨਾਲ ਵੀ ਆਪਣਾ ਸੰਬੰਧ ਹੁੰਦਾ ਵੀ ਬੜੀ ਵੱਡੀ ਇੱਥੇ ਵੀ ਫਸਲ ਆਉਂਦੀ ਹੈ। ਤਾਂ ਮੇਰੇ ਦਾਦਾ ਜੀ ਉਹ ਸਰ ਕਰਤਾਰ ਸਿੰਘ ਜੀ ਉਹ ਸਬਜ਼ੀ ਮੰਡੀ ਦੀ ਆੜਤ ਵੀ ਕਰਦੇ ਸੀ। ਜਦ ਤੱਕ ਉਹ ਸੀ ਉਹਨਾਂ ਦਾ ਸਵਰਗਵਾਸ ਨਹੀਂ ਹੋਇਆ, ਦਿੰਦੇ ਸੀਗੇ। ਤਕਰੀਬਨ ਮੇਰੀ ਉਮਰ ਤਾਂ ਬੜੀ ਛੋਟੀ ਸੀਗੀ, ਤਾਂ ਸਬਜ਼ੀ ਮੰਡੀ ਦੀ ਆੜਤ ਵੀ ਆਪਣੀ ਹੁੰਦੀ ਸੀ ਤੇ ਦਾਣਾ ਮੰਡੀ ਦੀ ਆੜਤ ਵੀ ਹੁੰਦੀ ਸੀ। ਤੇ ਮੇਰੇ ਬਜ਼ੁਰਗਾਂ ਦਾ ਜਦ ਸਵਰਗਵਾਸ ਹੋਇਆ ਉਸ ਤੋਂ ਬਾਅਦ ਮੈਂ ਉਹ ਆੜਤ ਦੀ ਦੁਕਾਨ ਤੇ ਬੈਠਣ ਲੱਗ ਗਿਆ ਤੇ ਮੈਨੂੰ ਬਹੁਤ ਚੰਗਾ ਲੱਗਿਆ। ਇੱਕ ਤਾਂ ਕਾਰੋਬਾਰ ਹੈ, ਵਪਾਰ ਹੈ, ਉਹਦੇ ਨਾਲ ਜਿੰਨਾ ਤੁਸੀਂ ਮੰਡੀ 'ਚ ਬੈਠ ਕੇ ਸਭ ਨਾਲ ਮਿਲ ਗਿਲ ਸਕਦੇ ਹੋ, ਸਭ ਦੇ ਨਾਲ ਵਿਚਰ ਸਕਦੇ ਹੋ, ਹੋਰ ਕੋਈ ਜਗ੍ਹਾ ਹੀ ਹੈ। ਤੇ ਆਪਣੇ ਜਿਹੜੇ ਇਹ ਸ਼ਹਿਰ ਹੈਗੇ ਆ, ਇਹ ਸ਼ਹਿਰਾਂ ਦੇ ਵਿੱਚ ਤਾਂ ਮੰਡੀਆਂ ਦਾ ਬੜਾ ਪ੍ਰਭਾਵ, ਜਿਹੜਾ ਮੰਡੀ ਜਿਹਨੂੰ ਕਹਿੰਦੇ ਦਾਣਾ ਮੰਡੀਆਂ ਦਾ ਬਹੁਤ ਪ੍ਰਭਾਵ ਹੈ। ਆਪਣੇ ਵਿਧਾਨ ਸਭਾ ਹਲਕੇ ਦੀ ਆਪਾਂ ਗੱਲ ਕਰੀਏ, ਇੱਥੇ ਵੀ ਜਿਹੜੀ ਮੰਡੀ ਦੀ ਆਵਾਜ਼ ਹੈ ਉਹ ਆਵਾਜ਼ ਇਹ ਸਾਰੇ ਇਲਾਕੇ 'ਚ ਜਾਂਦੀ, ਕਿਉਂਕਿ ਜਿੰਨਾ ਵੀ ਏਰੀਆ ਸਾਰਾ ਖੇਤੀਬਾੜੀ ਦਾ ਏਰੀਆ, ਸਾਰੇ ਜਿਹੜੇ ਜ਼ਿਮੀਂਦਾਰ ਹੈ ਉਹ ਫਸਲ ਲੈ ਕੇ ਇੱਥੇ ਹੀ ਆਪਣੇ ਆੜਤੀ ਭਰਾਵਾਂ ਕੋਲ ਆਉਂਦੇ ਆ। ਤੇ ਜਿਹੜਾ ਜ਼ਿਮੀਂਦਾਰ ਦਾ ਤੇ ਆੜਤੀ ਦਾ ਰਿਸ਼ਤਾ ਹੁੰਦਾ ਉਹ 9 ਮਾਸ ਦਾ ਰਿਸ਼ਤਾ ਹੁੰਦਾ। ਦੇ ਸੰਬੰਧ ਦੇ ਵਿੱਚ ਇਕੱਠ ਜਿਸ ਦੇ ਵਿੱਚ ਸਾਬਕਾ ਮੰਤਰੀ ਸਰ ਈਸ਼ਰ ਸਿੰਘ ਜੀ ਮਿਹਰਬਾਨ ਸਾਹਿਬ ਮੇਰੇ ਤੋਂ ਪਹਿਲਾਂ ਬੋਲ ਕੇ ਗਏ, ਚੇਅਰਮੈਨ ਇੰਪਰੂਵਮੈਂਟ ਟਰਸਟ ਤੇ ਇਸ ਮੰਡੀ ਦੇ ਆੜਤੀਏ ਸ਼ਕਤੀ ਆਨੰਦ ਜੀ, ਸੀਨੀਅਰ ਕਾਂਗਰਸੀ ਲੀਡਰ ਇਸ ਮੰਡੀ ਦੇ ਆੜਤੀਏ ਕਸਤੂਰੀ ਲਾਲ ਮਿੰਟੂ ਜੀ ਅਤੇ ਹੋਰ ਸਾਰੇ ਲਿਸਟ ਜਿਹੜੀ ਪੜ੍ਹ ਕੇ ਸੁਣਾਈ ਹੈ ਮਿੰਟੂ ਜੀ ਨੇ, ਵੀ ਤਕਰੀਬਨ 2-3 ਆੜਤੀਏ ਛੱਡ ਕੇ ਬਾਕੀ ਸਾਰੇ ਆੜਤੀਏ ਭਰਾ ਅੱਜ ਇਹ ਪੋਲੀਟੀਕਲ ਪਬਲਿਕ ਮੀਟਿੰਗ ਇਲੈਕਸ਼ਨਾਂ ਦੇ ਸੰਬੰਧ ਦੇ ਵਿੱਚ ਜਿਹੜੀ ਦਾਣਾ ਮੰਡੀ ਮਾਛੀਵਾੜਾ ਸਾਹਿਬ ਰੱਖੀ ਗਈ ਹੈ ਉਸ ਦੇ ਵਿੱਚ ਪੁੱਜੇ ਸਾਰੇ ਵੀਰੋ, ਭਰਾਵੋ, ਬਜ਼ੁਰਗੋ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਰੁਪਿੰਦਰ ਸਿੰਘ ਜੀ ਰਾਜਾ ਗਿੱਲ, ਉਹਨਾਂ ਦੇ ਨਾਲ
ਸਾਡੇ ਸਾਬਕਾ ਮੰਤਰੀ ਸਾਡੇ ਹਲਕੇ ਦੀ ਆਨ ਸ਼ਾਨ ਸਰਦਾਰ ਈਸ਼ਰ ਸਿੰਘ ਦੀ ਮਿਹਰਬਾਨ, ਉਹਨਾਂ ਦੇ ਨਾਲ ਸਾਡੇ ਭਰਾ ਕਸਤੂਰੀ ਲਾਲ ਮਿੰਟੂ ਜੀ, ਜਗਜੀਤ ਸਿੰਘ ਪਿੱਦੀਪੁਰ, ਸ਼ਾਮਲਾਲ ਜੈਨ ਜੀ, ਮਨੋਜ ਜੈਨ ਜੀ, ਤਿਵਾੜੀ ਸਾਹਿਬ ਸੋਨੀ ਜੀ ਤੇ ਲੱਕੀ ਜੀ, ਕੁਲਵਿੰਦਰ ਸਿੰਘ ਜੀ ਮਾਨੇਵਾਲ, ਰਾਮ ਚੌਧਰੀ ਰਾਮਪਾਲ ਜੀ, ਧਰਮਪਾਲ ਜੀ, ਸਰਬਜੀਤ ਸਿੰਘ ਗਿੱਲ ਜੀ ਤੇ ਹੋਰ ਜਿੰਨੀ ਵੀ ਲੀਡਰ ਸੀ, ਸਾਡਾ ਸੋਨੀ ਜੀ, ਆਪਣੇ MC ਜੈਦੀਪ ਕਾਲੋ ਜੀ, ਕਈ ਸਾਲ। ਬਾਕੀ ਮੈਂ ਨਾਂ ਤਾਂ ਭਲਾ ਪਰਿਵਾਰ 'ਚ ਆਪਾਂ ਸਾਰਿਆਂ ਦਾ ਹੀ ਲੈ ਲੈਂਦੇ ਹਾਂ, ਪਰ ਉਹਦੇ ਵਿੱਚ ਆ ਕੇ ਗੋਰਾ ਮਾਂਗੜ ਜੀ ਤੇ ਹਾਕਮ ਸਿੰਘ ਜੀ ਥੋੜ੍ਹਾ ਜਿਹਾ ਟਾਈਮ। ਪੰਜਾਬ ਦੀ ਆਰਥ ਹੈ, ਉਹ ਸਾਰੀ ਆਰਥ ਐਗਰੀਕਲਚਰ 'ਤੇ ਖੜੀ ਹੈ, ਖੇਤੀਬਾੜੀ 'ਤੇ ਖੜੀ ਹੈ। ਸਾਡਾ ਮੇਨ ਸੂਬਾ ਜਿਹੜਾ ਉਹ ਖੇਤੀਬਾੜੀ ਆਧਾਰਿਤ ਹੈ। ਦਿੱਲੀ ਤਾਂ ਸਿਰਫ 500 ਕੁਛ ਕਿੱਲੇ ਖੇਤੀ ਵਾਲੇ ਤੇ ਉਹ ਤੋਂ ਜ਼ਿਆਦਾ ਉਹ ਐਡਵਰਟਾਈਜ਼ਮੈਂਟ ਤੇ ਲਾਉਂਦਾ ਹੈ। ਇਹਨਾਂ ਗੱਲਾਂ ਦੇ ਵਿੱਚ ਆਪਾਂ ਦੇਖੀਏ, ਜਿਹੜੀਆਂ ਮੰਡੀਆਂ ਨੇ ਸਾਡੀਆਂ ਪੰਜਾਬ ਦੀਆਂ, ਇਹ ਮੰਡੀਆਂ ਦੇ ਤੋਂ ਜਿਹੜੀ ਹੈ ਸਾਡੀ ਆਰਥਤਾ ਚੱਲਦੀ ਹੈ। ਪਰਮਾਤਮਾ ਨੇ ਤੁਹਾਨੂੰ ਵੀ ਜਿਤਾ ਦੇਣਾ, ਕਿਉਂਕਿ ਜਦੋਂ ਏਡਾ ਵੱਡਾ ਹਜੂਮ ਚੱਲ ਪਿਆ ਹੋਵੇ ਨਾਲ ਤਾਂ ਕੋਈ ਤਾਕਤ ਨਹੀਂ ਹੁੰਦੀ। ਪਰਮਾਤਮਾ ਨੂੰ ਸੰਗਤ ਦੀ ਗੱਲ ਮੰਨਣੀ ਪੈਂਦੀ ਹੈ ਹਮੇਸ਼ਾ ਹੀ। ਕਿਉਂ ਇੱਕ ਤੁਹਾਡੀ ਨੀਤ ਔਰ ਤੁਹਾਡੇ ਮੈਂ ਰਿਸ਼ਤੇਦਾਰ ਸਾਰਿਆਂ ਨੂੰ ਦੇਖਿਆ, ਈਵਨ ਤੁਹਾਡੇ ਆਪਣੀ ਬੇਟੀ ਜਾਨੀ ਤੁਹਾਡੇ ਮਿਸੇ ਜਾਂ ਤੁਹਾਡੇ ਸਹੁਰਾ ਸਾਹਿਬ ਖੈਰਾ ਸਾਹਿਬ, ਸਾਰਿਆਂ 'ਚ ਨਮਰਤਾ ਹੀ ਭਰੀ ਹੋਈ ਹੈ, ਪਤਾ ਨਹੀਂ ਕਿੰਨੀ ਕੁ ਭਰੀ ਹੋਈ ਹੈ। ਇਹ ਪਰਮਾਤਮਾ ਜਾਣਦਾ। ਸਰਕਾਰ ਵੀ ਬਣ ਜਾਣੀ ਹੈ। ਤੁਸੀਂ ਇੱਕ ਗੱਲ ਦਾ ਖਿਆਲ ਰੱਖਿਓ ਕਿ ਜਿਹੜਾ ਮਜ਼ਦੂਰ ਭਾਈਚਾਰਾ ਬੈਠਾ ਹੈ ਇਹ ਵੀ ਮੰਡੀਆਂ ਦੇ ਸਿਰ ਤੇ ਆ, ਜਿਹੜੇ ਅਸੀਂ ਬੈਠੇ ਆ ਇਹ ਵੀ ਮੰਡੀਆਂ ਦੇ ਸਿਰ ਤੇ ਆ, ਤੇ ਜਿਹੜਾ ਸਾਡਾ ਕਿਸਾਨੀ ਆ ਉਹ ਵੀ ਮੰਡੀਆਂ ਦੇ ਸਿਰ ਤੇ MSP ਤੇ ਆ। ਇੱਕ ਗੱਲ ਦਾ ਖਿਆਲ ਰੱਖਿਓ, ਚਾਹੇ ਸਰਕਾਰ ਨੂੰ ਕੁਝ ਪੈਸਾ ਕੋਲੋਂ ਵੀ ਦੇਣਾ ਪੈ ਜਾਵੇ, ਮੋਦੀ ਸਾਹਿਬ ਕਰਨਗੇ ਬਹੁਤ ਕੁਝ, ਉਸ ਗੱਲ ਦੀ ਤੁਸੀਂ ਸਾਡੀ ਜਿਹੜੀ ਰਕਸ਼ਾ ਢਾਲ ਵਿਧਾਨ ਸਭਾ 'ਚ ਔਰ ਸਰਕਾਰ 'ਚ ਬਣਨਾ। ਦੇਖੋ ਵੀ ਜਦੋਂ ਅੰਦੋਲਨ ਦੇ ਵਿੱਚ ਉਹਦੇ ਨਾਲ ਜਿਹੜੇ ਬੰਦੇ ਸੀ ਉਹਨੇ ਸਾਰੇ ਹੌਲੀ ਹੌਲੀ ਪਰੇ ਕਰਤੇ ਜਿਹੜੇ ਬੁੱਧੀਜੀਵੀ ਸੀ। ਉਸ ਤੋਂ ਬਾਅਦ ਆਪਣੇ 4 ਇੱਥੇ ਜਿੱਤੇ MP ਬੁੱਧੀਜੀਵੀ, ਉਹਨੇ 4 ਹੀ ਕੱਢਤੇ, ਕਿਉਂਕਿ ਉਹਨੂੰ ਇਸ ਤਰ੍ਹਾਂ ਦਾ ਬੰਦਾ ਕੋਈ ਵੀ ਚੰਗਾ ਨਹੀਂ ਲੱਗਦਾ ਜਿਹੜਾ ਬੁੱਧੀਜੀਵੀ ਜਾਂ ਉਹਦੇ ਕੋਲੋਂ ਕੋਈ ਸਵਾਲ ਜਵਾਬ ਕਰੇ। 18 MLA ਜਿੱਤੇ। ਉਸ ਤੋਂ ਬਾਅਦ ਰਾਜੇਵਾਲ ਸਾਹਿਬ ਵਰਗੇ ਬੰਦਿਆਂ ਨੂੰ ਵੀ ਉਹ ਕਿਸਮ ਦਾ ਗੁੰਮਰਾਹ ਕਰ ਗਿਆ, ਆਪਾਂ ਇਕੱਠੇ ਚੱਲਣਾ, ਇਕੱਠੇ ਲੜਨਾ, ਆਪਣੀਆਂ ਸੀਟਾਂ ਅਨਾਉਂਸ ਕਰੀ ਗਿਆ, ਕਿਉਂਕਿ ਰਾਜੇਵਾਲ ਵੀ ਇੱਕ ਬੁੱਧੀਜੀਵੀ ਬੰਦਾ। ਉਹਨੂੰ ਉਸ ਤਰ੍ਹਾਂ ਦਾ ਬੰਦਾ ਚਾਹੀਦਾ ਜਿਸ ਤਰ੍ਹਾਂ ਹੁਣ ਸ਼ਾਮ ਨੂੰ ਮੈਂ ਤਾਂ ਪੈਗ ਸ਼ੈਗ ਲਾ ਕੇ ਲੇਟ ਹੋ ਗਿਆ, ਯਾਨੀ ਕਹਿ ਲਈ ਜ਼ਿਆਦਾ ਪੀ ਲਈ ਰਾਤ ਨੂੰ। ਤੇ ਜਿਹੜੇ ਸਾਡੇ ਮਾਨ ਸਾਹਿਬ ਨੇ, ਮੈਂ ਇਹ ਕਹਿ ਸਕਦਾ ਵੀ ਜੇ ਤਾਂ ਹੁਣ ਰਾਤਾਂ ਆਪਾਂ ਦੇਖੋ ਕਿ ਰਾਤੀ ਜਦ ਪੀਏ ਘੜਾ ਲਿਆ ਕਿੱਦਾਂ ਸਵੇਰੇ ਕੰਮ ਕਰ ਲਾਂਗੇ। ਤੇ ਮਾਨ ਸਾਹਿਬ ਸਵੇਰੇ 7 ਵਜੇ ਪੀ ਲੈਂਦੇ ਤਾਂ ਫਿਰ ਵੀ 7 ਵਜੇ ਸ਼ੁਰੂ ਕਰਦੇ ਆ। ਤੇ 12ਵੀਂ 'ਚ 2 ਵਾਰ ਫੇਲ ਹੋਇਆ ਹੋਵੇ, ਕੀ ਉਹ ਪੰਜਾਬ ਸਾਂਭ ਸਕਦਾ? ਹੱਥ ਪੰਜੇ ਦਾ ਬਟਨ ਦਬਾ ਕੇ ਆਪਾਂ ਰਾਜਾ ਜੀ ਨੂੰ ਵੱਧ ਤੋਂ ਵੱਧ ਵੋਟਾਂ ਤੇ ਕਾਮਯਾਬ ਕਰੀਏ। ਉਹਦੇ ਨਾਲ ਸਪਿਰਿਟ ਭਰ ਜਾਂਦੀ ਹੈ ਬੰਦੇ 'ਚ, ਜਦੋਂ ਬੰਦੇ ਨੂੰ ਵੱਧ ਤੋਂ ਵੱਧ ਸ਼ਾਬਾਸ਼ ਮਿਲੇ। ਆਪਾਂ ਦੇਖਦੇ ਆ ਨਾ ਜਦੋਂ ਕਿਸੇ ਵੀ ਫੀਲਡ 'ਚ, ਚਾਹੇ ਫੌਜ 'ਚ ਚਾਹੇ ਪੁਲਿਸ 'ਚ, ਜਦੋਂ ਬੰਦਾ ਕੰਮ ਕਰਦਾ ਉਹਨੂੰ ਨਾਮ ਤਾਂ ਸਿਰਫ 200 ਜਾਂ 400 ਦਾ ਮਿਲਦਾ, ਪਰ ਉਹਦੇ ਸਪਿਰਿਟ ਭਰ ਜਾਂਦੀ ਹੈ ਕੰਮ ਕਰਨ ਦੀ। ਤੁਹਾਡੀਆਂ ਵੋਟਾਂ ਨੇ, ਤੁਹਾਡੀ ਸਪੋਰਟ ਨੇ ਇਹਨਾਂ 'ਚ ਸਪਿਰਿਟ ਭਰਨੀ ਆ, ਤੇ ਇਹਨਾਂ ਨੇ ਜਾ ਕੇ ਸਾਡਾ ਪੱਖ ਹੈ ਜਿਹੜਾ ਸਾਡਾ ਵਕੀਲ ਬਣ ਕੇ ਵਿਧਾਨ ਸਭਾ 'ਚ ਰੱਖਣਾ। ਮੈਂ ਇੰਨਾ ਕੁਝ ਕਹਿੰਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਹੱਥ ਪੰਜੇ ਤੇ ਬਟਨ ਦਬਾ ਕੇ ਆਪਾਂ ਵੱਧ ਤੋਂ ਵੱਧ ਰਾਜਾ ਗਿੱਲ ਨੂੰ ਜਿਤਾਈਏ। ਜੈ ਹਿੰਦ, ਜੈ ਭਾਰਤ। ਆਈਆਂ ਉਹ ਕਿੱਦਾਂ ਦੂਰ ਕੀਤੀਆਂ? ਇਹ 'ਚ ਕੋਈ ਸ਼ੱਕ ਨਹੀਂ ਜੀ, ਸਟਾਰਟਿੰਗ ਦੇ ਥੋੜ੍ਹੀਆਂ ਦਿੱਕਤਾਂ ਮੁਸ਼ਕਲਾਂ ਆਈਆਂ ਸੀਗੀਆਂ, ਪਰ ਹੁਣ ਬਿਲਕੁਲ ਸਬੂਤ ਹੋ ਚੁੱਕਿਆ। ਤੇ ਤੁਸੀਂ ਵੀ ਤਕਰੀਬਨ ਜਿਹਨੂੰ ਕਹਿੰਦੇ ਹੈ ਐਵਰੀਡੇ ਸਾਰੀ ਕਵਰੇਜ ਵੀ ਕਰ ਰਹੇ ਹੋ ਤੇ ਦੇਖ ਵੀ ਰਹੇ ਹੋ ਵੀ ਜਿਹੜਾ ਪਰਿਵਾਰ ਇੱਕ ਵਾਰ ਐਂ ਲੱਗਦਾ ਸੀ ਖਿਲਰ ਗਿਆ, ਤੇ ਸਾਰਾ ਇਕੱਠਾ ਹੋ ਕੇ ਕਾਂਗਰਸ ਪਰਿਵਾਰ ਹੁਣ ਇਹ ਚੋਣ ਲੜ ਰਿਹਾ। ਤੇ ਉਹਨਾਂ ਨੇ ਇਹ ਚੋਣ ਮੇਰੀ ਨਹੀਂ ਹੁਣ ਆਪਣੀ ਚੋਣ ਬਣਾ ਲਈ, ਤਾਂ ਹੀ ਜਿਹਨੂੰ ਕਹਿੰਦੇ ਨੇ ਇਸ 'ਚ ਸਟਰੈਂਥ ਆ ਗਈ। ਤੁਸੀਂ ਕਹਿੰਦੇ ਕਰਪਸ਼ਨ ਦਾ ਮੁੱਦਾ ਮੱਠੜੇ ਦਾ ਸਾਰੇ ਦਾ ਕਰਪਸ਼ਨ ਚੱਲ ਰਿਹਾ, ਤੁਹਾਡੇ ਕਿੱਦਾਂ ਧਿਆਨ ਜਾਏ ਵੀ ਕਰਪਸ਼ਨ ਚੱਲ ਰਹੀ ਹੈ? ਇਹ ਤਾਂ ਜਦ ਹੁਣ ਕਿੱਦਾਂ ਨੱਥ ਪਾਉਂਗੇ? ਜਿਹਨੂੰ ਕਹਿੰਦੇ ਹੁੰਦੇ ਆ ਜੀ, ਜਦ ਲੋਕਾਂ 'ਚ ਤੁਸੀਂ ਜਾਂਦੇ ਹੋ ਤੇ ਹਰ ਜਗ੍ਹਾ ਸੇਮ ਗੱਲ ਇਹ ਹੋਵੇ ਤਾਂ ਉਸ ਤੋਂ ਪਤਾ ਲੱਗ ਜਾਂਦਾ ਵੀ ਇਟ ਮੀਨਸ ਇਹ ਸੱਚਾਈ ਹੈ। ਤਾਂ ਇਹ ਤੁਸੀਂ ਇੱਥੇ ਗੱਲ ਕਰ ਰਹੇ ਹੋ ਤੇ ਇੱਥੋਂ 4 ਕਦਮ ਅੱਗੇ ਜਾ ਕੇ ਫਿਰ ਕਿਤੇ ਬੈਠਦੇ ਹੋ, ਉੱਥੇ ਵੀ ਸੇਮ ਪਤਾ ਲੱਗਦਾ ਹੈ ਜੀ ਵੀ ਕੌਂਸਲ ਦੇ ਵਿੱਚ, ਤਹਿਸੀਲ ਦੇ ਵਿੱਚ ਵੀ ਬਹੁਤ ਜ਼ਿਆਦਾ ਕਰਪਸ਼ਨ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਹੈ, ਤੇ ਅਸੀਂ ਸਮੇਂ ਨਾਲ ਦੱਸੀ ਗਏ ਸਾਰਾ ਕੁਝ, ਪਰ ਕੋਈ ਐਕਸ਼ਨ ਨਹੀਂ ਹੋਇਆ। ਤਾਂ ਇਹਦਾ ਮਤਲਬ ਸੱਚਾਈ ਹੈ ਵੀ ਸਾਰਾ ਕੁਝ ਹੋ ਰਿਹਾ ਇੱਥੇ ਭ੍ਰਿਸ਼ਟਾਚਾਰ। ਇੱਕ ਵਿਧਾਇਕ ਤੇ ਲੋਕ ਕਹਿੰਦੇ ਵੀ ਮੈਂ ਤਾਂ ਕਾਂਗਰਸੀ ਹਾਂ, ਇਕੱਲਾ ਚੋਣ ਨਿਸ਼ਾਨ ਬਦਲਿਆ ਵਾ, ਵੀ ਮੈਂ ਤਾਂ ਜਿਹੜੀ ਸੀਟ ਜਿੱਤ ਕੇ ਝੋਲੀ ਕਾਂਗਰਸੀ 'ਚ ਪਾਵਾਂਗਾ।
ਉਹਦੇ ਬਾਰੇ ਥੋੜੀ ਕੀ ਪ੍ਰਤੀਕਿਰਿਆ ਹੈ? ਇਹ ਤਾਂ ਫਿਰ ਜਿਹਨੂੰ ਕਹਿੰਦੇ ਹੁੰਦੇ ਫਿਰ ਤਾਂ ਕਾਂਗਰਸੇ ਕੁਛ ਨਾ ਰਹੀ, ਫਿਰ ਤਾਂ ਇੰਡੀਆ ਦੇ ਵਿੱਚ ਕੋਈ ਵੀ ਕਾਂਗਰਸ ਪੂਰੇ ਇੰਡੀਆ ਦੇ ਵਿੱਚ ਚੋਣ ਲੜਦੀ ਹੈ, ਕੋਈ ਵੀ ਬੰਦਾ ਇਹ ਗੱਲ ਕਹਿ ਸਕਦਾ। ਕਿਤੇ ਗੱਲਾਂ ਕਹਿਣ ਦੀ ਗੱਲ ਕੁਛ ਹੋਰ ਹੈ, ਜਿਹੜਾ ਸਾਹਮਣੇ ਬੈਠਾ ਹੈ ਉਹ ਲੋਕੀ ਤਾਂ ਇਹ ਕਹਿੰਦੇ ਆ ਜੀ ਝੋਲੀ 'ਚ ਪਾਵਾਂਗੇ, ਫਿਰ ਅਸੀਂ ਸਿੱਧੇ ਹੀ ਕਾਂਗਰਸ ਦੀ ਝੋਲੀ 'ਚ ਵੋਟ ਪਾ ਦਿੰਦੇ। ਨਹੀਂ, ਤੁਸੀਂ ਇਹ ਹਾਈ ਕਮਾਂਡ ਨੂੰ ਗੱਲ ਧਿਆਨ ਜਾਂਦੀ ਵੀ ਬਿਲਕੁਲ ਹਾਈ ਕਮਾਂਡ ਬੜੀ ਕਲੋਜ਼ਲੀ ਹਰ ਚੀਜ਼ ਨੂੰ ਦੇਖ ਰਹੀ ਹੈ, ਇਸ ਵਿਧਾਨ ਸਭਾ ਹਲਕਾ ਨਹੀਂ ਪੂਰੇ ਪੰਜਾਬ ਦੀ ਦੇਖ ਰਹੀ ਹੈ। ਤੇ ਉਸ 'ਤੇ ਹੁਣ ਉਹਨਾਂ ਦੀ ਕੋਈ ਨਾ ਕੋਈ ਉਹਨਾਂ ਨੇ ਬਣਾ ਲਿਆ, ਤੇ ਮੈਨੂੰ ਲੱਗਦਾ ਅਗਲੇ ਇੱਕ ਅੱਧੇ ਦਿਨ 'ਚ ਕੋਈ ਨਾ ਕੋਈ ਡਿਸੀਜਨ ਦੇ ਦੇਣਗੇ। ਵਿਰੋਧੀ ਧਿਰ ਕਹਿ ਰਹੀ ਹੈ ਜੀ ਵੀ ਰਾਜਾ ਗਿੱਲ ਦੀ ਜਿਹੜੀ ਜ਼ਿਆਦਾਤਰ ਚੋਣ ਮੁਹਿੰਮ ਆ ਬਾਹਰਲੇ ਲੋਕ ਚਲਾ ਰਹੇ ਆ, ਵੀ ਹਲਕੇ ਦੇ ਵਿੱਚ ਉਹਨਾਂ ਦਾ ਐਡਾ ਦਾ। ਦੇਖੋ ਚੋਣ ਦੇ ਵਿੱਚ ਜੇ 50,000 ਬੰਦਾ ਵੀ ਤੁਸੀਂ ਹੋਰ ਲਾਏ ਹੋ ਨਾ, ਉਹ ਵੀ ਖੱਪ ਜਾਂਦਾ ਕਿਸੇ ਦੀ ਚੋਣ ਮੁਹਿੰਮ ਦੇ ਵਿੱਚ ਵੀ। ਤਾਂ ਇਸ ਕਰਕੇ ਜਿਹਨੂੰ ਕਹਿੰਦੇ ਹੁੰਦੇ ਆ ਬੰਦਿਆਂ ਦੀ ਤਾਂ ਲੋੜ ਹੁੰਦੀ ਹੈ ਇੱਥੇ। ਹਰ ਕੋਈ ਚਾਹੁੰਦਾ ਵੀ ਮੇਰੇ ਨਾਲ ਵੀ ਮੈਂ ਹੁਣ ਤੁਹਾਡੇ ਨਾਲ ਜੇ ਪ੍ਰੈਸ ਕਾਨਫਰੰਸ ਕਰ ਰਿਹਾ, ਮੇਰਾ ਫੋਨ ਵੱਜ ਰਿਹਾ ਤਾਂ ਮੈਂ ਐਟ ਏ ਟਾਈਮ ਪ੍ਰੈਸ ਕਾਨਫਰੰਸ ਹੀ ਕਰੂੰਗਾ, ਫੋਨ ਤਾਂ ਸੁਣ ਨਹੀਂ ਸਕੂੰਗਾ। ਤਾਂ ਲੋਕ ਜਿਹੜੇ ਹੈਗੇ ਆ ਸਿਰਫ 20 ਦਿਨ ਜਿਹੜੇ ਹੁੰਦੇ ਆ ਇਸ ਤਰ੍ਹਾਂ ਦੇ ਇਸ਼ੂਜ਼ ਆਉਂਦੇ ਹੁੰਦੇ ਆ, ਇਹ ਕਿਹੜਾ ਸਾਡੇ ਨਾਲ ਨਵੇਂ ਆ। ਮੈਂ ਪਿਛਲੇ 25 ਸਾਲਾਂ ਤੋਂ ਚੋਣ ਜਿਹਨੂੰ ਕਹਿੰਦੇ ਲੜਾਈ ਰਿਹਾ, ਦੇਖ ਹੀ ਰਿਹਾ ਸਾਰਾ ਕੁਝ। ਤਾਂ ਲੋਕਾਂ ਬਾਹਰਲੇ ਲੋਕ ਜੇ ਹੈਗੇ ਆ, ਕੋਈ ਰਿਸ਼ਤੇਦਾਰ ਹੈ, ਕੋਈ ਦੋਸਤ ਹੈ, ਉਹ ਤੁਹਾਡਾ ਫਾਇਦਾ ਕਰਨੇ ਆਏ ਆ, ਤੁਹਾਨੂੰ ਤਕੜੇ ਕਰਨੇ ਆਏ ਆ। ਜੇ ਉਹ ਆਉਣ ਆਪਾਂ ਉਹਨਾਂ ਨੂੰ ਕੀ ਕਹੇ ਸਾਨੂੰ ਹਲਕਾ ਸਮਰਾਲਾ ਦੀ ਸਿਆਸਤ 'ਚ ਕੋਈ ਰੱਦੋ-ਬਦਲ ਹੋਊਗੀ ਲੀਡਰਸ਼ਿਪ 'ਚ ਜਾਂ ਕੁਛ ਰੱਦੋ-ਬਦਲ? ਦੇਖੋ ਜੀ ਹਜੇ ਤੱਕ ਸਿਰਫ ਟੱਕਰ ਸਾਹਿਬ ਗੱਲ ਸਾਹਿਬ ਹਜੇ ਤੱਕ ਸਿਰਫ ਆਪਾਂ 20 ਤਰੀਕ ਤੱਕ ਦੀ ਹਜੇ ਤੱਕ ਸਟ੍ਰੈਟਜੀ ਤੇ ਸਾਰੀ 20 ਤਰੀਕ ਤੱਕ ਨੂੰ ਲੈ ਕੇ ਚੱਲ ਰਹੀ ਹੈ। ਉਸ ਤੋਂ ਬਾਅਦ ਦੀਆਂ ਗੱਲਾਂ ਤਾਂ ਫਿਰ ਉਸ ਤੋਂ ਬਾਅਦ ਇਹ ਕਰਨੀਆਂ ਠੀਕ ਰਹਿਣਗੀਆਂ। ਕੀ ਸਮੱਸਿਆਵਾਂ ਤੁਹਾਨੂੰ ਦੇਖਣ ਨੂੰ ਮਿਲੀਆਂ, ਲੋਕਾਂ ਨੂੰ ਕੀ ਘਾਟ ਦੀਆਂ ਸਮੱਸਿਆਵਾਂ ਕੀ ਦੇਖਣ ਨੂੰ ਮਿਲੀਆਂ, ਇਸ ਤੁਸੀਂ ਦੂਰ ਕਰੋਗੇ? ਜਿਹੜੀਆਂ ਸਮੱਸਿਆਵਾਂ ਜੀ ਗੜੀ ਪਾਰ ਤੋਂ ਇੱਧਰ ਦੀਆਂ ਹੋਰ ਹੈ ਤੇ ਉਹ ਸਮਰਾਲੇ ਬਲਾਕ ਦੀਆਂ ਹੋਰ ਹੈ। ਇੱਧਰ ਸਮੱਸਿਆਵਾਂ ਇਹ ਹੈ ਵੀ ਇਸ ਏਰੀਏ ਨੂੰ ਵਿਧਾਨ ਸਭਾ ਹਲਕਾ ਸਮਰਾਲੇ ਦਾ ਏਰੀਆ ਸਮਝਿਆ ਹੀ ਨਹੀਂ ਗਿਆ। ਇਹਦੇ ਨਾਲ ਜਿਹਨੂੰ ਕਹਿੰਦੇ ਹੁੰਦੇ ਆ ਫਰਕ ਰੱਖਿਆ ਗਿਆ ਤੇ ਉਹ ਫਰਕ ਨਾ ਸਾਫ਼ ਨਜ਼ਰ ਆ ਰਿਹਾ ਜ਼ਮੀਨ ਦੇ ਉੱਤੇ। ਮੈਨੂੰ ਤਾਂ ਆ ਕੇ ਇੰਨੀ ਖੁਸ਼ੀ ਹੋਈ ਆ ਵੀ ਜੇ ਜਿੰਨਾ ਮੈਂ ਪਿਆਰ ਸਾਂਝਾ ਕੀਤਾ ਪੂਰੇ ਹਲਕੇ ਦੇ ਨਾਲ, ਉਸ ਤੋਂ ਮੈਨੂੰ ਵੱਧ ਪਿਆਰ ਦਿੱਤਾ, ਜੱਫੀਆਂ ਪਾ ਕੇ ਦਿੱਤਾ, ਬਹੁਤ ਖੁਸ਼ ਹੋਏ। ਔਰ ਮੈਨੂੰ ਟੈਲੀਫੋਨ ਇੰਨੇ ਆਏ, 2 ਦਿਨ ਲਗਾਤਾਰ ਫੋਨ ਤੇ ਕਹਿੰਦੇ ਰਹੇ ਵੀ ਤੁਸੀਂ ਆ ਗਏ, ਲੈ ਹੁਣ ਅਸੀਂ ਤਕੜੇ ਹੋ ਗਏ, ਅਸੀਂ ਤਾਂ ਘਰ ਬੈਠੇ ਸੀ ਆਰਾਮ ਨਾਲ, ਵੀ ਸਾਨੂੰ ਤਾਂ ਕਦੇ ਪੁੱਛਿਆ ਨਹੀਂ ਤੁਹਾਡੇ ਜਾਣ ਤੋਂ ਬਾਅਦ। ਜਦੋਂ ਸੋਚਦੇ ਸੀ ਕਿ ਵੀ ਵੋਟ ਪਾਈ ਤਾਂ ਕਿਹਨੂੰ ਪਾਈਏ ਔਰ ਪਾਰਟੀ ਰਹੀਏ ਨਾ ਰਹੀਏ। तो मैं भी नहीं हूँ राजा गिल मैं बहुत परखे ने और पिता पुरखी ने भी सिविल रखी है और वधिया लीडर ने और वधिया कैंਡੀਡੇਟ ने। तो मैं आ गया हूँ 2 हो गए असी सब तकड़े हो गए। हूँ इस मौके तुसीं आप देख लो हर पिंड च चाहे दरिया के किनारियां तक मंड च की सारे लोग बहुत खुश ने और यही मैनू इन्ना अपनी चोण हंगारा मिलिया। तो थोड़े सामने देख लो हर पासे मैं कहना समझदा कि एक ही कंसी समराला जितों ये हुण आवाज़ आने लगी कि राजा गिल जितूगे और बहुत भारी वोट जितने। मैं देखा तुसीं राजा गिल साहब की चोण नूं अपनी महम चोण समझ के लड़ रहे हो। बिल्कुल। ते लोकां नूं तुहानूं किन्नियां समस्यावां दस्सियां ने वो तुसीं जरूर हाई कमांड ध्यान देवोगे की समस्यावां दस्सियां ਜਿਹੜੀਆਂ की प्रॉब्लम आई है इत्थे तुसीं जाण तो बाद देखो ले जाण तो बाद काफी ਜਿਹੜੀਆਂ ਸਮੱਸਿਆਵਾਂ ਦੱਸੀਆਂ ਲੋਕਾਂ ਨੇ ਤਾਂ ਉਹ ਰਾਜਾ ਜੀ ਦੇ ਅਸੀਂ ਦੋਨੇ ਸਾਂਝੇ ਕਰਨ ਜਦੇ ਕਰ ਲੈਣੇ ਗੱਡੀ 'ਚ ਬਹਿ ਕਰ ਲੈਂਦੇ ਹਾਂ। ਇਹ ਨੋਟ ਕਰੀ ਜਾਂਦੇ ਨੇ ਆ 20 ਦੀ ਚੋਣ ਦਾ ਬਾਅਦ ਰਿਜ਼ਲਟ ਆ ਲੈਣ ਦਿਓ ਉਸ ਤੋਂ ਬਾਅਦ ਬਿਲਕੁਲ ਵਧੀਆ ਕਰਾਂਗੇ ਜਿਵੇਂ ਆਪਾਂ ਅੱਗੇ ਹਲਕਾ ਉਦਾਂ ਹੀ ਬਣਾ ਕੇ ਰੱਖਾਂਗੇ। ठीक है जी।